ਜੀ ਆਇਆਂ ਨੂੰ ਖੁਸ਼ਾਮਦੀਦ। ਤੁਸੀਂ ਤੇ ਤੁਹਾਡਾ ਪਰਿਵਾਰ ਹਰਦਮ ਰਹੇ ਸਿਹਤਯਾਬ। ਇਸੇ ਦੁਆ ਦੇ ਨਾਲ ਲੈ ਹਾਜ਼ਰ ਹਾਂ ਮੈਂ ਪੀਟੀਸੀ ਨਿਊਜ਼ ਦਾ ਇੱਕ ਖਾਸ ਉਪਰਾਲਾ ਡਾਕਟਰ ਸਪੀਕ, ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਬਾਰੇ ਮੈਂ ਕਰਦਾ ਹਾਂ ਚਰਚਾ ਵੱਖ-ਵੱਖ ਡਾਕਟਰਸ ਦੇ ਨਾਲ, ਤਾਂ ਕਿ ਸਹੀ ਸਮੇਂ ਤੇ ਤੁਹਾਨੂੰ ਮਿਲੇ ਬਿਲਕੁਲ ਸਹੀ ਜਾਣਕਾਰੀ। ਤੇ ਜਿਵੇਂ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਕੀ ਅਜਿਹਾ ਕਰੋ ਕਿ ਤੁਹਾਨੂੰ ਨਾ ਕਮਰ ਦਾ ਦਰਦ ਹੋਵੇ ਨਾ ਹੀ ਡਿਸਕ ਦੀ ਸਮੱਸਿਆ, ਪਰ ਜੇਕਰ ਤੁਹਾਨੂੰ ਇਹ ਸਮੱਸਿਆ ਆ ਗਈ ਹੈ ਤੇ ਫਿਰ ਤੁਸੀਂ ਇਹਦਾ ਇਲਾਜ ਕਿਵੇਂ ਕਰਾਉਣਾ ਹੈ, ਕਿ ਤੁਹਾਨੂੰ ਆਪਰੇਸ਼ਨ ਦੀ ਲੋੜ ਹੈ ਜਾਂ ਨਹੀਂ ਹੈ। ਇਸ ਬਾਰੇ ਗੱਲ ਕਰਨ ਲਈ ਸਾਡੇ ਨਾਲ NHS ਹਸਪੀਟਲ ਜਲੰਧਰ ਤੋਂ ਨੇ ਡਾਕਟਰ ਨਵੀਨ ਚਿਤਕਾਰਾ। ਡਾਕਟਰ ਸਾਹਿਬ ਜੀ ਆਇਆਂ ਨੂੰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਪਹਿਲੇ ਤਾਂ ਡਾਕਟਰ ਸਾਹਿਬ ਤੁਸੀਂ ਵਧਾਈ ਦੇ ਪਾਤਰ ਹੋ ਕਿ ਪਿਛਲੇ ਐਪੀਸੋਡ ਦੇ ਵਿੱਚ ਜੋ ਤੁਸੀਂ ਜਾਣਕਾਰੀ ਦਿੱਤੀ ਉਹਦਾ ਬੜਾ ਵਧੀਆ ਰਿਸਪੌਂਸ ਵੀ ਰਿਹਾ, ਤੇ ਮੈਨੂੰ ਲੱਗਦਾ ਹੈ ਕਿ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜੋ ਪਰਿਵਰਤਨ ਆਉਣਾ ਚਾਹੀਦਾ ਸੀ, ਜਿਨ੍ਹਾਂ ਗੱਲਾਂ ਦਾ ਧਿਆਨ ਉਹਨਾਂ ਨੂੰ ਰੱਖਣਾ ਚਾਹੀਦਾ ਸੀ, ਉਹ ਰੱਖਣਾ ਸ਼ੁਰੂ ਕਰ ਦਿੱਤਾ ਸਭ ਨੇ। ਬਿਲਕੁਲ, ਮਤਲਬ ਜੋ ਮਕਸਦ ਸੀਗਾ ਉਹ ਇਹੀ ਸੀਗਾ ਕਿ ਜੇ ਬਿਮਾਰੀ ਨਹੀਂ ਹੋਏਗੀ ਉਸ ਤੋਂ ਵਧੀਆ ਚੀਜ਼ ਹੀ ਕੋਈ ਨਹੀਂ ਹੈ, ਤੇ ਜੇ ਹੋ ਗਈ ਤਾਂ ਫਿਰ ਇਲਾਜ ਤਾਂ ਚਲੋ ਹੋਣਾ ਹੀ ਹੈ। ਫਿਰ ਤੇ ਅੱਜ ਅਸੀਂ ਉਹਦੇ ਬਾਰੇ ਚਰਚਾ ਕਰਨ ਵਾਲੇ ਕਿ ਜੇ ਇਹ ਸਮੱਸਿਆ ਤੁਹਾਨੂੰ ਆ ਰਹੀ ਹੈ ਤੇ ਉਹਦਾ ਇਲਾਜ ਕਿਵੇਂ ਕਰਾਉਣਾ ਹੈ। ਤੇ ਪਹਿਲੇ ਡਾਕਟਰ ਸਾਹਿਬ ਤੁਹਾਡੇ ਤੋਂ ਇਹੀ ਜਾਣਨਾ ਚਾਹਾਂਗੇ ਕਿ ਡਿਸਕ ਦਾ ਜਦ ਦਰਦ ਹੁੰਦਾ ਹੈ ਉਹਦੀ ਪਹਿਚਾਣ ਕਿਵੇਂ ਹੁੰਦੀ ਹੈ ਕਿ ਇਹ ਡਿਸਕ ਦਾ ਦਰਦ ਹੈ? ਹਰ ਕਮਰ ਦਾ ਦਰਦ ਡਿਸਕ ਦਾ ਦਰਦ ਨਹੀਂ ਹੁੰਦਾ। ਜਿਸ ਤਰ੍ਹਾਂ ਪਿਛਲੇ ਐਪੀਸੋਡ ਵੀ ਆਪਾਂ ਡਿਸਕਸ ਕੀਤਾ ਸੀਗਾ ਕਿ ਜੋ ਡਿਸਕ ਦੇ ਅੰਦਰ ਦਾ ਪ੍ਰੈਸ਼ਰ ਹੈ, ਜੇ ਉਹ ਇੰਨਾ ਜ਼ਿਆਦਾ ਹੋ ਜਾਏ ਕਿ ਡਿਸਕ ਦੀ ਜੋ ਡਿਸਕ ਹੈ ਉਹ ਫਟ ਜਾਏ ਤੇ ਡਿਸਕ ਦਾ ਜਿਹੜਾ ਫਲੂਇਡ ਹੈ ਉਹ ਲੀਕ ਕਰਕੇ ਨਸਾਂ ਤੇ ਪ੍ਰੈਸ਼ਰ ਪਾਏ, ਤੇ ਉਹ ਜਿਹੜਾ ਦਰਦ ਹੈ ਉਹ ਡਿਸਕ ਦਾ ਦਰਦ ਹੋਏਗਾ। ਤੇ ਆਮ ਤੌਰ ਤੇ ਜਿਹੜਾ ਦਰਦ ਅੱਗੇ ਕੋਈ ਵੀ ਚੀਜ਼ ਝੁੱਕ ਕੇ ਭਾਰੀ ਕੰਮ ਕਰਨ ਦੇ ਲਈ ਉਹ ਕਰਨ ਦੇ ਇੱਕਦਮ ਬਾਅਦ ਸ਼ੁਰੂ ਹੋਏ, ਤੇ ਇਹ ਦਰਦ ਜੇ ਤੁਹਾਡੀ ਲੱਤਾਂ ਦੇ ਵਿੱਚ ਵੀ ਜਾ ਰਿਹਾ ਹੈ, ਉਹ ਚਾਹੇ ਲੱਤਾਂ ਦੇ ਬਾਹਰਲੀ ਸਾਈਡ ਤੇ ਜਾਏ ਚਾਹੇ ਪਿਛਲੀ ਸਾਈਡ ਤੇ ਜਾਏ, ਤੇ ਉਸ ਦੇ ਨਾਲ ਸੁੰਨਪਨਾ ਵੀ ਹੋਣਾ ਸ਼ੁਰੂ ਹੋ ਜਾਏ, ਜੇ ਇਹ ਸਾਰੀ ਚੀਜ਼ਾਂ ਦੇ ਦਰਦ ਹੁੰਦੇ ਨੇ ਜਾਂ ਇਸ ਤਰ੍ਹਾਂ ਦੀ ਤਕਲੀਫ ਹੁੰਦੀ ਹੈ, ਤੇ ਇਹ ਸਮਝੋ ਕਿ ਤੁਹਾਨੂੰ ਡਿਸਕ ਦੀ ਬਿਮਾਰੀ ਹੋ ਸਕਦੀ ਹੈ। ਤੇ ਇਹਦੇ ਬਾਰੇ ਤੁਹਾਨੂੰ ਥੋੜ੍ਹਾ ਧਿਆਨ ਦੇ ਨਾਲ ਡਾਕਟਰਸ ਨੂੰ ਮਿਲ ਕੇ ਤੇ ਇਹਦਾ ਡਾਇਗਨੋਸਿਸ ਬਣਵਾ ਲੈਣਾ ਚਾਹੀਦਾ ਹੈ। ਤੇ ਡਾਕਟਰ ਸਾਹਿਬ, ਕਮਰ ਦਰਦ ਦੀ ਜੇ ਅਸੀਂ ਗੱਲ ਕਰੀਏ ਤੇ ਕਦ ਕਮਰ ਦਰਦ ਦੇ ਮਰੀਜ਼ ਨੂੰ ਡਾਕਟਰੀ ਸਲਾਹ ਜਿਹੜੀ ਹੈ ਉਹ ਲੈਣੀ ਚਾਹੀਦੀ? ਕਿਉਂਕਿ ਅਮੂਮਨ ਕੋਈ ਦੇਸੀ ਇਲਾਜ ਕਰ ਲੈਂਦਾ ਹੈ, ਜਿਵੇਂ ਅਸੀਂ ਪਿਛਲੀ ਵਾਰ ਵੀ ਡਿਸਕਸ ਕੀਤਾ ਸੀ, ਕਿਸੇ ਨੇ ਸਪਰੇਅ ਲਾ ਲਿਆ, ਤੇਲ ਲਾ ਲਿਆ, ਤੇ ਉਹ ਅਵੋਇਡ ਕਰਦਾ ਡਾਕਟਰ ਕੋਲ ਜਾਣਾ। ਦੇਖੋ, ਆਪਾਂ ਕਹਿੰਦੇ ਵੀ ਹਿੰਦੁਸਤਾਨ 'ਚ ਸਾਰੇ ਡਾਕਟਰ ਹੈਗੇ, ਲੇਕਿਨ ਅੱਜ ਕੱਲ੍ਹ ਸੋਸ਼ਲ ਮੀਡੀਆ ਵੀ ਡਾਕਟਰ ਹੋ ਗਿਆ। ਬਿਲਕੁਲ ਠੀਕ। ਮੈਂ ਕਹੂੰਗਾ ਕਿ ਪਹਿਲਾਂ ਤੇ ਇਹ ਪੇਸ਼ੈਂਟ ਨੂੰ, ਕਿਉਂਕਿ ਹੁਣ ਉਹਨੂੰ ਦਰਦ ਸ਼ੁਰੂ ਹੋ ਗਿਆ ਤਾਂ ਪੇਸ਼ੈਂਟ ਹੀ ਹੋ ਗਿਆ, ਪੇਸ਼ੈਂਟ ਨੂੰ ਪਹਿਲਾਂ ਇਹ ਆਪਣੇ ਆਪ ਨੂੰ ਹੀ ਅੰਦਾਜ਼ਾ ਲਗਾਉਣਾ ਚਾਹੀਦਾ ਹੈ ਕਿ ਜਿਹੜਾ ਦਰਦ ਹੈ ਉਹ ਡਿਸਕ ਦੇ ਕਰਕੇ ਤਾਂ ਨਹੀਂ ਹੈ। ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਕਿਹੜਾ ਦਰਦ ਡਿਸਕ ਕਰਕੇ ਹੋ ਸਕਦਾ ਹੈ। ਜੇ ਇਹ ਬਿਮਾਰੀ ਥੋੜ੍ਹੀ ਬਹੁਤੀ ਹੈ ਤੇ 2-4-5 ਦਿਨ 10 ਦਿਨ ਦੇ ਬੈੱਡ ਰੈਸਟ, ਪੇਨ ਕਿਲਰ ਤੇ ਮਸਲ ਰਿਲੈਕਸੈਂਟਸ ਇਹ ਲੈਣ ਤੋਂ ਬਾਅਦ ਹੌਲੀ ਹੌਲੀ ਘਟ ਕੇ ਠੀਕ ਹੋ ਜਾਣੀ ਚਾਹੀਦੀ ਹੈ। ਤੇ ਜੇ ਇਹ ਕਮਰ ਦਾ ਦਰਦ ਜਿਹੜਾ ਲੱਤਾਂ ਦੇ ਵਿੱਚ ਜਾ ਰਿਹਾ ਹੈ, ਜੇ ਇਹ 5-10 ਦਿਨ ਦੇ ਰੈਸਟ ਤੋਂ ਬਾਅਦ ਠੀਕ ਨਹੀਂ ਹੋ ਰਿਹਾ, ਬਿਲਕੁਲ ਹੀ ਫਰਕ ਨਹੀਂ ਪੈ ਰਿਹਾ, ਜਾਂ ਫਿਰ ਦਰਦ ਪਹਿਲਾਂ ਤੋਂ ਜ਼ਿਆਦਾ ਹੋ ਰਿਹਾ ਹੈ, ਤੇ ਫਿਰ ਤੁਹਾਨੂੰ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ, ਤੇ ਉਹਨਾਂ ਦੀ ਸਲਾਹ ਦੇ ਨਾਲ ਇੱਕ MRI ਵੀ ਕਰਾਉਣਾ ਚਾਹੀਦਾ ਹੈ। ਇਹ ਤਾਂ ਗੱਲ ਹੋ ਗਈ ਦਰਦ ਦੀ। ਜਿਹੜੀ ਦੂਸਰੇ ਲੱਛਣ ਹੈਗੇ ਉਹ ਮੈਂ ਤੁਹਾਨੂੰ ਕਹੇ ਕਿ ਪੈਰ ਦੇ ਵਿੱਚ ਸੁੰਨਪਨਾ ਹੋਣਾ ਸ਼ੁਰੂ ਹੋ ਜਾਏ, ਜਾਂ ਪੈਰ ਦਾ ਅੰਗੂਠਾ ਜਾਂ ਪੈਰ ਦਾ ਪੰਜਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਏ। ਕਮਜ਼ੋਰੀ ਦਾ ਮਤਲਬ ਕਿ ਪੰਜਾ ਜਾਂ ਤਾਂ ਉੱਪਰ ਚੱਕ ਹੋਣ ਨੂੰ ਮੁਸ਼ਕਿਲ ਹੋ ਜਾਏ ਜਾਂ ਥੱਲੇ ਦਬਾਉਣ ਨੂੰ ਮੁਸ਼ਕਿਲ ਹੋ ਜਾਏ, ਤੇ ਫਿਰ ਵੀ ਤੁਹਾਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਤੇ ਜੇ ਸੁੰਨਪਨਾ ਪਹਿਲਾਂ ਤੋਂ ਜ਼ਿਆਦਾ ਹੋਣਾ ਸ਼ੁਰੂ ਹੋ ਜਾਏ, ਫਿਰ ਵੀ ਡਾਕਟਰ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਹੈ। ਤੇ ਅਮੂਮਨ ਇਹ ਵੀ ਡਾਕਟਰ ਸਾਹਿਬ ਵੇਖਿਆ ਹੈ ਕਿ ਲੋਕ ਜਿਹੜੇ ਨੇ, ਜੇ ਇਹੋ ਜਿਹੀ ਸਮੱਸਿਆ ਆਉਂਦੀ ਹੈ ਤੇ ਜੇ ਡਾਕਟਰ ਉਹਨਾਂ ਨੂੰ ਕਹਿੰਦੇ ਆਪਰੇਸ਼ਨ ਕਰਾਉਣਾ, ਉਹ ਆਪਰੇਸ਼ਨ ਕਰਾਉਣ ਤੇ ਡਰਦੇ ਨੇ। ਉਹ ਡਰਨਾ ਚਾਹੀਦਾ ਜੀ? ਐਕਚੁਅਲੀ ਜਿਹੜਾ ਡਰ ਹੈ ਨਾ ਉਹ ਬਹੁਤ ਵਾਜਿਬ ਤੇ ਸੱਚ ਹੈ। ਹੋਇਆ ਕਿ ਅੱਜ ਤੋਂ 20-25 ਸਾਲ ਪਹਿਲਾਂ, 30 ਸਾਲ ਪਹਿਲਾਂ, ਜਦੋਂ ਬਹੁਤ ਜ਼ਿਆਦਾ ਟੈਕਨੋਲੋਜੀ ਜਾਂ ਤਕਨੀਕਾਂ ਨਹੀਂ ਸੀਗੀਆਂ, ਉਸ ਟਾਈਮ ਜੋ ਰਿਜ਼ਲਟ ਸੀਗੇ ਸਪਾਈਨ ਦੇ ਆਪਰੇਸ਼ਨ ਦੇ, ਡਿਸਕ ਦੇ ਆਪਰੇਸ਼ਨ ਦੇ, ਉਹ ਵਾਕਈ ਬਹੁਤ ਖਰਾਬ ਸੀਗੇ। ਅੱਜ ਦੀ ਤਾਰੀਖ ਦੇ ਵਿੱਚ ਵੀ ਮੈਂ ਆਪਣੇ ਜੇ 100 ਮਰੀਜ਼ਾਂ ਦਾ, ਜਿਸ ਤਰ੍ਹਾਂ ਸਾਡੇ ਸਟਾਫ ਇੰਟਰਵਿਊ ਕਰਦੇ ਨੇ, ਤੇ ਜਿਹੜੇ ਪੇਸ਼ੈਂਟ ਸਾਡੇ ਕੋਲ ਲੇਟ ਆਪਰੇਸ਼ਨ ਕਰਵਾਉਣ ਲਈ ਪਹੁੰਚਦੇ ਨੇ, ਜੇ ਉਹਨਾਂ ਨੂੰ ਪੁੱਛੋ ਕਿ ਵੀ ਅੱਜ ਤੱਕ ਕਿਉਂ ਨਹੀਂ ਕਰਾਇਆ, ਤੇ ਉਹ ਹਮੇਸ਼ਾ ਹੀ ਕਹਿੰਦੇ, 95% ਪੇਸ਼ੈਂਟ ਇਹ ਕਹਿੰਦੇ ਕਿ ਮਤਲਬ ਸਾਨੂੰ ਡਰ ਲੱਗਦਾ ਸੀਗਾ ਕਿ ਆਪਰੇਸ਼ਨ ਕਰਾਉਣ ਤੋਂ ਬਾਅਦ ਸ਼ਾਇਦ ਤੁਰਨ ਫਿਰਨ ਲਾਇਕ ਵੀ ਨਾ ਰਹਿ ਜਾਈਏ ਤੇ ਬੈੱਡ ਦੇ ਉੱਪਰ ਹੀ ਪੈ ਜਾਈਏ। ਤੇ ਅਸੀਂ ਜਦੋਂ ਅਗਲੇ ਦਿਨ ਛੁੱਟੀ ਕਰਦੇ ਹਾਂ ਤੇ ਇਹੀ ਸਵਾਲ ਉਹਨਾਂ ਨੂੰ ਦੁਬਾਰਾ ਪੁੱਛਿਆ ਜਾਂਦਾ ਹੈ ਕਿ ਜੀ ਹੁਣ ਤੁਹਾਨੂੰ ਕੀ ਲੱਗਦਾ?
ਤੇ 95% ਪੇਸ਼ੈਂਟ ਇਹ ਕਹਿੰਦੇ ਕਿ ਜੇ ਇੰਨਾ ਹੀ ਸੌਖਾ ਸੀਗਾ ਤੇ ਅੱਜ ਤੱਕ ਕਿਉਂ ਨਹੀਂ ਕਰਾਇਆ। ਇਹ ਸਾਰਾ ਜਿਹੜਾ ਕਮਾਲ ਹੈ ਉਹ ਤਕਨੀਕ ਤੇ ਟੈਕਨੋਲੋਜੀ ਦਾ ਹੈ। ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦਊਂਗਾ ਕਿ ਟੈਕਨੋਲੋਜੀ ਕਿਸ ਤਰ੍ਹਾਂ ਕੰਮ ਕਰਦੀ ਹੈ। ਕਿ ਮੈਂ ਪੇਸ਼ੈਂਟ ਨੂੰ ਬਹੁਤ ਵਾਰੀ ਸਮਝਾਉਣ ਲਈ ਕਹਿੰਦਾ ਕਿ ਇੱਕ ਸਪੋਜ਼ ਇੱਕ ਜੰਗਲ ਹੈ ਜਿਹਦੇ ਵਿੱਚ ਬਹੁਤ ਵੱਡਾ ਪੱਥਰ ਪਿਆ, ਅਸੀਂ ਉਹ ਪੱਥਰ ਨੂੰ ਬਾਹਰ ਲੈ ਕੇ ਆਉਣਾ। ਇੱਕ ਤਰੀਕਾ ਤਾਂ ਹੈਗਾ ਕਿ ਸਾਡੇ ਕੋਲ ਕ੍ਰੇਨ ਹੈ, ਆਪਾਂ ਬਾਹਰੋਂ ਗਏ, ਸਾਰੇ ਰਸਤੇ 'ਚ ਦਰਖਤ ਤੋੜਦੇ ਹੋਏ ਚਲੇ ਗਏ ਤੇ ਉਹ ਪੱਥਰ ਨੂੰ ਚੱਕ ਕੇ ਤੇ ਬਾਹਰ ਆ ਗਏ। ਹੁਣ ਇਹਦੇ ਵਿੱਚ ਕੀ ਹੋਇਆ ਕਿ ਪੱਥਰ ਤਾਂ ਬਾਹਰ ਆ ਗਿਆ, ਲੇਕਿਨ ਜਿਹੜਾ ਰਸਤੇ ਦੇ ਵਿੱਚ ਜਿੰਨੇ ਵੀ ਦਰਖਤ ਸੀਗੇ ਉਹ ਸਾਰੇ ਸੀ ਤੋੜਤੇ। ਹੁਣ ਟੈਕਨੋਲੋਜੀ ਦੇ ਨਾਲ ਕੀ ਹੋਇਆ ਕਿ ਸਾਡੇ ਕੋਲ ਹੈਲੀਕਾਪਟਰ ਹੈ, ਅਸੀਂ ਉੱਪਰੋਂ ਗਏ ਤੇ ਪੱਥਰ ਚੱਕਿਆ ਤੇ ਬਾਹਰ ਆ ਗਏ। ਸੋ ਕੰਮ ਤਾਂ ਉਹੀ ਹੋਇਆ ਕਿ ਪੱਥਰ ਬਾਹਰ ਆਇਆ, ਲੇਕਿਨ ਜਦੋਂ ਅਸੀਂ ਨੋਰਮਲ ਜਾਂ ਕੁਦਰਤ ਦੀ ਦਿੱਤੀ ਹੋਈ ਕਿਸੇ ਵੀ ਚੀਜ਼ ਦੇ ਨਾਲ ਛੇੜਖਾਨੀ ਨਹੀਂ ਕੀਤੀ ਤੇ ਉਹ ਰਿਜ਼ਲਟਸ ਤਾਂ ਡੈਫੀਨੇਟਲੀ ਬੈਟਰ ਹੋਣਗੇ। ਸੋ ਪਹਿਲਾਂ ਜ਼ਰੂਰ ਰਿਜ਼ਲਟਸ ਖਰਾਬ ਸੀਗੇ, ਬਟ ਅੱਜ ਤਜਰਬਾ ਤੇ ਟੈਕਨੋਲੋਜੀ ਦੋ ਚੀਜ਼ਾਂ ਨੇ ਜੋ ਰਿਜ਼ਲਟਸ ਹੈਗੇ ਉਹ ਬਹੁਤ 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 ਅੱਛੇ ਕਰਤੇ ਤੇ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਇੱਥੇ ਅਸੀਂ ਤਜਰਬੇ ਤੇ ਟੈਕਨੋਲੋਜੀ ਬਾਰੇ ਅੱਗੇ ਵੀ ਚਰਚਾ ਜ਼ਰੂਰ ਕਰਾਂਗੇ, ਪਰ ਇੱਥੇ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਆਪਰੇਸ਼ਨ ਹੋ ਗਿਆ ਉਸ ਤੋਂ ਬਾਅਦ ਇਹ ਡਰ ਵੀ ਰਹਿੰਦਾ, ਪਹਿਲੇ ਤਾਂ ਆਪਰੇਸ਼ਨ ਕਰਾਉਣ ਦਾ ਡਰ, ਉਹ ਮੈਨੂੰ ਲੱਗਦਾ ਡਰ ਅੱਜ ਦੂਰ ਹੋ ਜਾਏਗਾ, ਫਿਰ ਉਸ ਤੋਂ ਬਾਅਦ ਇਹ ਡਰ ਰਹਿੰਦਾ ਹੈ ਕਿ ਹੁਣ ਮੈਂ ਨਾਰਮਲ ਜਿਹੜੀ ਆਪਣੀ ਐਕਟੀਵਿਟੀ ਹੈ ਉਹ ਕਦੋਂ ਕਰ ਸਕਾਂਗਾ। ਜਦੋਂ ਅਸੀਂ ਆਪਰੇਸ਼ਨ ਕਰਦੇ ਹਾਂ ਨਾ ਤੇ ਇਹ ਬਿਮਾਰੀਆਂ ਬਹੁਤ ਸਾਰੇ ਗ੍ਰੇਡਸ ਦੀ ਹੁੰਦੀਆਂ ਨੇ। ਜਿਹੜੀ ਤਾਂ ਹਲਕੇ ਗ੍ਰੇਡ ਵਾਲੀ ਬਿਮਾਰੀਆਂ ਹੈ ਉਹਦੇ ਵਿੱਚ ਸਾਡੇ ਮਨਾ ਕਰਨ ਦੇ ਬਾਵਜੂਦ ਕਿ 15 ਦਿਨ ਕੰਮ ਨਹੀਂ ਕਰਨਾ, ਲੋਕੀ ਦੂਸਰੇ ਤੀਸਰੇ ਦਿਨ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੇ। ਉਹਦਾ ਇੱਕ ਸਾਈਕੋਲੋਜੀਕਲ ਵਜ੍ਹਾ ਕੀ ਹੁੰਦੀ ਹੈ ਕਿ ਜਿਹੜੇ ਮਰੀਜ਼ ਨੂੰ 6 ਮਹੀਨੇ ਸਾਲ ਦਾ ਦਰਦ ਹੁੰਦਾ, ਉਹ ਜਦੋਂ ਦਰਦ ਇੱਕ ਦਿਨ 'ਚ ਠੀਕ ਹੋ ਜਾਂਦਾ ਨਾ, ਉਹਨੂੰ ਲੱਗਦਾ ਕਿ ਮੈਂ ਤਾਂ ਬਿਲਕੁਲ ਠੀਕ ਹੋ ਗਿਆ, ਹੁਣ ਮੈਂ ਕੰਮ ਕਿਉਂ ਨਾ ਕਰਾਂ। ਸੋ ਉਹ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ। ਬਟ ਜੋ ਸਾਡੀ ਸਲਾਹ ਹੈ, ਜੋ ਸਾਡਾ ਤਜਰਬਾ ਹੈ, ਉਹਦੇ ਹਿਸਾਬ ਨਾਲ ਪੇਸ਼ੈਂਟ ਨੂੰ ਆਪਰੇਸ਼ਨ ਤੋਂ ਬਾਅਦ 1 ਤੋਂ 2 ਹਫ਼ਤੇ ਰੈਸਟ ਕਰਨਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਆਪਣਾ ਨਾਰਮਲ ਕੰਮ ਉਹ ਸ਼ੁਰੂ ਕਰ ਸਕਦੇ ਨੇ। ਇੱਕ ਜਿਹੜਾ ਪਰਹੇਜ਼ ਅੰਦਰਲੇ ਜਿਹੜੇ ਜ਼ਖਮ ਹੈਗੇ ਉਹ ਭਰਨ ਨੂੰ 3 ਮਹੀਨੇ ਦਾ ਟਾਈਮ ਲੱਗਦਾ। ਸੋ ਝੁਕ ਕੇ ਭਾਰੀ ਕੰਮ ਨਹੀਂ ਕਰਨਾ ਤੇ ਆਪਣੀ ਨਾਰਮਲ ਹੈਵੀ ਜੋ ਦਿਨਚਰਿਆ ਵਾਲਾ ਕਿਸੇ ਦਾ ਕੰਮ ਹੈ ਉਹ ਕੰਮ ਦਾ ਪਰਹੇਜ਼ 3 ਮਹੀਨੇ ਰੱਖਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਆਪਣਾ ਨਾਰਮਲ ਕੰਮ ਸਾਰੇ ਕਰ ਸਕਦੇ ਨੇ। ਡਾਕਟਰ ਸਾਹਿਬ, ਹੁਣ ਡਿਸਕ ਦੀ ਜੇ ਅਸੀਂ ਗੱਲ ਕਰੀਏ ਤਾਂ ਡਿਸਕ ਦਾ ਆਪਰੇਸ਼ਨ ਕਰਾਉਣ ਦੀ ਲੋੜ ਕਦੋਂ ਪੈਂਦੀ ਹੈ? ਜਦੋਂ ਵੀ ਕੋਈ ਪੇਸ਼ੈਂਟ ਸਾਡੇ ਕੋਲ ਆਉਂਦਾ ਹੈ ਤੇ ਉਹਦਾ MRI ਦੇਖ ਕੇ ਤੇ ਪੇਸ਼ੈਂਟ ਦੇ ਲੱਛਣ ਨੂੰ ਦੇਖ ਕੇ ਅਸੀਂ ਜੋ ਡਿਸਕ ਦੀ ਬਿਮਾਰੀ ਹੈ ਉਹਨੂੰ 3 ਭਾਗਾਂ ਦੇ ਵਿੱਚ 3 ਕੈਟੇਗਰੀ ਵਿੱਚ ਡਿਵਾਈਡ ਕਰਦੇ ਹਾਂ। ਜਿਹੜੇ ਪਹਿਲੇ ਗਰੁੱਪ ਆਫ ਪੇਸ਼ੈਂਟਸ ਜਾਂ ਸਭ ਤੋਂ ਹਲਕੀ ਬਿਮਾਰੀ ਵਾਲੇ ਪੇਸ਼ੈਂਟਸ ਹੈਗੇ ਉਹਨਾਂ ਦੇ ਵਿੱਚ ਤਾਂ ਦਵਾਈਆਂ, ਬੈੱਡ ਰੈਸਟ, ਫਿਜ਼ੀਓਥੈਰੇਪੀ ਇਹਨਾਂ ਦੇ ਨਾਲ ਹੀ ਦਰਦ ਦਾ ਆਰਾਮ ਮਿਲ ਜਾਂਦਾ ਹੈ। ਜਿਹੜਾ ਤੀਸਰਾ ਗਰੁੱਪ ਸਭ ਤੋਂ ਵੱਡਾ ਜਿਹਦੇ ਵਿੱਚ ਡਿਸਕ ਕਾਫੀ ਜ਼ਿਆਦਾ ਖਿਸਕੀ ਹੁੰਦੀ ਹੈ ਜਾਂ ਡਿਸਕ ਦਾ ਫਲੂਇਡ ਜ਼ਿਆਦਾ ਲੀਕ ਕੀਤਾ ਹੁੰਦਾ ਹੈ, ਉਹਦੇ ਵਿੱਚ ਤਾਂ ਉਸੇ ਟਾਈਮ ਹੀ ਆਪਰੇਸ਼ਨ ਦੀ ਲੋੜ ਪੈਂਦੀ ਹੈ। ਤੇ ਜਿਹੜਾ ਵਿਚਕਾਰਲਾ ਗਰੁੱਪ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਬਿਮਾਰੀ, ਦਰਮਿਆਨੀ ਜਿਹੀ ਬਿਮਾਰੀ ਹੈ, ਤੇ ਉਹਦੇ ਵਿੱਚ ਸਾਨੂੰ ਕੁਝ ਹੋਰ ਟੈਕਨੀਕਸ ਹੁੰਦੀਆਂ ਨੇ, ਉਹਨਾਂ ਦਾ ਇਸਤੇਮਾਲ ਕਰਕੇ ਅਸੀਂ ਦਰਦ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਜਦੋਂ ਕੋਈ ਪੇਸ਼ੈਂਟ ਸਾਡੇ ਕੋਲ ਆਉਂਦਾ ਹੈ ਤੇ ਜੇ ਉਹਦੇ ਲੱਛਣ ਇਸ ਤਰ੍ਹਾਂ ਦੇ ਹੈਗੇ ਜਿਹਦੇ ਵਿੱਚ ਜੋ ਦਰਦ ਹੈ ਉਹ ਇੰਨਾ ਜ਼ਿਆਦਾ ਹੈ ਕਿ ਪੇਸ਼ੈਂਟ ਆਪਣੇ ਦਿਨਚਰਿਆ ਦੇ ਕੰਮ ਨਹੀਂ ਕਰ ਪਾ ਰਿਹਾ। ਅੱਜ ਕੱਲ੍ਹ ਨੌਕਰੀ ਤੋਂ ਛੁੱਟੀ ਲੈਣ ਦਾ ਮਤਲਬ ਹੈਗਾ ਕਿ ਨੌਕਰੀ ਗਈ, ਤੇ ਜੇ ਕੋਈ ਇਸ ਤਰ੍ਹਾਂ ਦੇ ਹਾਲਾਤ ਹੈਗੇ ਕਿ ਬੰਦਾ ਛੁੱਟੀ ਨਹੀਂ ਲੈ ਸਕਦਾ ਤੇ ਉਹਨੂੰ ਉਹ ਕਹਿੰਦਾ ਹੈ ਵੀ ਮੇਰਾ ਤਾਂ ਦਰਦ ਬਿਲਕੁਲ ਜਲਦੀ ਠੀਕ ਹੋਣਾ ਚਾਹੀਦਾ ਹੈ, ਤੇ ਉਸ ਸੂਰਤ ਦੇ ਵਿੱਚ ਦਰਦ ਨੂੰ ਘਟਾਉਣ ਦੇ ਲਈ ਅਸੀਂ ਆਪਰੇਸ਼ਨ ਕਰਦੇ ਹਾਂ। ਦੂਸਰੀ ਵਜ੍ਹਾ ਹੈ ਕਿ ਜੇ ਮਰੀਜ਼ ਦਾ ਪੰਜਾ ਨਸ ਦੇ ਡੈਮੇਜ ਹੋਣ ਕਰਕੇ ਉਹ ਕੰਮ ਨਹੀਂ ਕਰ ਰਿਹਾ, ਫਿਰ ਆਪਰੇਸ਼ਨ ਜ਼ਰੂਰ ਹੋਣਾ ਚਾਹੀਦਾ ਹੈ। ਤੇ ਜੇ ਪੈਰ ਦਾ ਸੁੰਨਪਨਾ ਇੰਨਾ ਜ਼ਿਆਦਾ ਹੈ ਕਿ ਮਰੀਜ਼ ਨੂੰ ਤੁਰਦੇ ਹੋਏ ਪਤਾ ਹੀ ਨਾ ਲੱਗੇ ਕਿ ਉਹ ਪੈਰ ਕਿੱਧਰ ਜਾ ਰਿਹਾ ਹੈ, ਤੇ ਉਸ ਸੂਰਤ ਦੇ ਵਿੱਚ ਆਪਰੇਸ਼ਨ ਜ਼ਰੂਰ ਹੋਣਾ ਚਾਹੀਦਾ ਹੈ। ਤੇ ਇੱਕ ਜਿਹੜਾ ਚੌਥਾ ਲੱਛਣ ਹੈ ਜਿਹਦੇ ਬਾਰੇ ਮੈਂ ਗੱਲ ਹਾਲੇ ਤੱਕ ਨਹੀਂ ਕੀਤੀ, ਉਹ ਹੈ ਕਿ ਜਿਹੜੀ ਸਭ ਤੋਂ ਐਡਵਾਂਸਡ ਸਟੇਜ ਸਾਡੀ ਡਿਸਕ ਦੀ ਬਿਮਾਰੀ ਦੀ ਹੈ, ਉਹਦੇ ਵਿੱਚ ਮਰੀਜ਼ ਨੂੰ ਪਿਸ਼ਾਬ ਦੇ ਰਸਤੇ ਦੇ ਚਾਰੋਂ ਤਰਫ ਸੁੰਨਪਨਾ ਹੋਣਾ ਸ਼ੁਰੂ ਹੋ ਜਾਂਦਾ ਹੈ, ਤੇ ਉਸ ਸੁੰਨਪਨੇ ਦੇ ਨਾਲ ਮਰੀਜ਼ ਨੂੰ ਪਿਸ਼ਾਬ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਕਬਜ਼ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਜੇ ਇਹ ਵੀ ਹੋਣਾ ਸ਼ੁਰੂ ਹੋ ਜਾਏ, ਇਹ 4 ਚੀਜ਼ਾਂ ਹੋ ਗਿਆ, ਦਰਦ ਹੋ ਗਿਆ, ਪੈਰ ਦੇ ਪੰਜੇ ਦੀ ਕਮਜ਼ੋਰੀ ਹੋ ਗਈ, ਸੁੰਨਪਨਾ ਜਿਹੜਾ ਬਹੁਤ ਜ਼ਿਆਦਾ ਹੈ, ਪਿਸ਼ਾਬ ਦੀ ਰੁਕਾਵਟ ਤੇ ਉਸ ਹਿੱਸੇ ਦੇ ਵਿੱਚ ਸੁੰਨਪਨਾ, ਜੇ ਇਹ 4 ਚੀਜ਼ਾਂ ਹੋਣੀ ਸ਼ੁਰੂ ਹੋ ਜਾਣ ਤੇ ਫਿਰ ਆਪਰੇਸ਼ਨ ਇੱਕ ਬਿਹਤਰ ਸਲਾਹ ਮੰਨੀ ਜਾਂਦੀ ਹੈ। ਤੇ ਇਹਦੇ ਵਿੱਚ ਕੋਈ ਇਹੋ ਜਿਹੀ ਸਿਚੁਏਸ਼ਨ ਵੀ ਆ ਜਾਂਦੀ ਕਿ ਐਮਰਜੈਂਸੀ ਆਪਰੇਸ਼ਨ ਦੀ ਲੋੜ ਪੈਂਦੀ? ਜਦੋਂ ਵੀ ਇਹ ਚੌਥਾ ਗ੍ਰੇਡ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਪਿਸ਼ਾਬ ਦੇ ਰਸਤੇ ਦੇ ਚਾਰੋਂ ਤਰਫ ਸੁੰਨਪਨਾ
ਮਹਿਸੂਸ ਹੁੰਦਾ ਹੈ ਜਾਂ ਪਿਸ਼ਾਬ ਦੀ ਰੁਕਾਵਟ ਹੁੰਦੀ ਹੈ, ਇਹ ਉਸ ਸਟੇਜ ਦੇ ਉੱਪਰ ਹੁੰਦਾ ਹੈ ਜਦੋਂ ਨਸ ਬਿਲਕੁਲ ਡੈਮੇਜ ਹੋਣ ਦੇ ਉੱਪਰ ਆਈ ਹੁੰਦੀ ਹੈ। ਜਦੋਂ ਇਹ ਸਟੇਜ ਹੋ ਜਾਏ ਤੇ ਸਮਝੋ ਕਿ ਇਮਰਜੈਂਸੀ ਹੈ, ਤੇ ਫਿਰ ਤਾਂ ਜੋ ਆਪਰੇਸ਼ਨ ਹੈ ਉਹਦੇ ਲਈ ਆਪਾਂ ਦਿਨਾਂ ਦੇ ਵਿੱਚ ਵੀ ਵੇਟ ਨਹੀਂ ਕਰ ਸਕਦੇ, ਉਹ ਤਾਂ ਘੰਟਿਆਂ ਦੇ ਵਿੱਚ ਹੀ ਕੀਤਾ ਜਾਣਾ ਚਾਹੀਦਾ ਹੈ। ਸਭ ਤੋਂ ਜਿਹੜੀ ਸਮਝਣ ਵਾਲੀ ਗੱਲ, ਮੈਂ ਡਰਾ ਨਹੀਂ ਰਿਹਾ, ਲੇਕਿਨ ਜੋ ਸਭ ਤੋਂ ਵੱਡੀ ਸਮਝਣ ਵਾਲੀ ਗੱਲ ਹੈ ਉਹ ਹੈ ਕਿ ਜੇ ਮਰੀਜ਼ ਨੂੰ ਇਹ ਚੌਥੇ ਗ੍ਰੇਡ ਦੀ ਬਿਮਾਰੀ ਹੋ ਜਾਏ ਜਿਸ ਦੇ ਵਿੱਚ ਪਿਸ਼ਾਬ ਦੇ ਚਾਰੋਂ ਤਰਫ, ਪਿਸ਼ਾਬ ਦੇ ਰਸਤੇ ਦੇ ਚਾਰੋਂ ਤਰਫ ਸੁੰਨਪਨਾ ਹੋ ਜਾਏ ਜਾਂ ਪਿਸ਼ਾਬ ਦੀ ਰੁਕਾਵਟ ਹੋ ਜਾਏ, ਤੇ ਉਹਦੇ ਕਰਕੇ ਜੇ ਨਸ ਡੈਮੇਜ ਹੋ ਗਈ ਹੈ ਤੇ ਉਹਨੂੰ ਠੀਕ ਕਰਨ ਦਾ ਤਰੀਕਾ ਪੂਰੀ ਦੁਨੀਆ ਦੇ ਵਿੱਚ ਕੋਈ ਨਹੀਂ ਹੈ। ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦਊਂਗਾ ਕਿ ਅੱਜ ਟੈਕਨੋਲੋਜੀ ਹੈ, ਸਾਇੰਸ ਦੇ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਟੁੱਟੇ ਪੱਤੇ ਨੂੰ ਵਾਪਸ ਜੋੜ ਦੇ। ਜੇ ਅਸੀਂ ਉਹ ਵੀ ਨਹੀਂ ਜੋੜ ਸਕਦੇ ਤੇ ਜਿਹੜੀ ਨਸ ਡੈਮੇਜ ਹੋ ਜਾਏ ਉਹਨੂੰ ਜੋੜਨ ਦਾ ਤਰੀਕਾ ਤਾਂ ਸੰਭਵ ਹੀ ਨਹੀਂ ਹੈ। ਬੰਦਾ ਸੋਚਦਾ ਵੀ ਇੱਥੇ ਇਲਾਜ ਨਹੀਂ ਕਰਾਊਂਗਾ, ਉੱਥੇ ਕਰਾ ਲੂੰਗਾ, ਜਿੱਥੇ ਮਰਜ਼ੀ ਚਲੇ ਜਾਓ। ਉਹ ਪੂਰੀ ਦੁਨੀਆ ਦੇ ਵਿੱਚ ਅੱਜ ਸਾਇੰਸ ਉਸ ਚੀਜ਼ ਨੂੰ ਠੀਕ ਨਹੀਂ ਕਰ ਸਕਦੀ। ਸੋ ਜੇ ਇਹ ਚੌਥਾ ਲੱਛਣ ਹੋਏ ਤੇ ਉਹ ਐਮਰਜੈਂਸੀ ਹੈ, ਉਸੇ ਟਾਈਮ ਆਪਰੇਸ਼ਨ ਹੋਣਾ ਚਾਹੀਦਾ। ਬਿਲਕੁਲ, ਜੇ ਤੁਹਾਨੂੰ ਇਹ ਚੌਥਾ ਲੱਛਣ ਜਿਹੜਾ ਉਹ ਨਜ਼ਰ ਆ ਰਿਹਾ, ਮੈਨੂੰ ਲੱਗਦਾ ਤੁਰੰਤ ਤੁਹਾਨੂੰ ਸੰਪਰਕ ਕਰਨਾ ਚਾਹੀਦਾ ਹੈ ਆਪਣੇ ਡਾਕਟਰ ਨਾਲ, ਜਾਂ NHS ਹਸਪੀਟਲ ਜਲੰਧਰ ਤੁਸੀਂ ਜਾ ਸਕਦੇ ਹੋ ਤੇ ਆਪਣਾ ਇਲਾਜ ਕਰਾ ਸਕਦੇ ਹੋ। ਤੇ ਇੱਥੇ ਡਾਕਟਰ ਸਾਹਿਬ ਤੁਸੀਂ ਥੋੜ੍ਹੀ ਦੇਰ ਪਹਿਲੇ ਪਿਛਲੇ ਸੈਗਮੈਂਟ ਦੇ ਵਿੱਚ ਜ਼ਿਕਰ ਕੀਤਾ ਸੀ ਤਜਰਬੇ ਤੇ ਤਕਨੀਕ ਦਾ ਜੀ, ਤੇ ਆਪਰੇਸ਼ਨ ਦੇ ਵਿੱਚ ਜੇ ਗੱਲ ਕਰੀਏ ਉਹਦੇ ਵਿੱਚ ਤਜਰਬਾ ਤੇ ਤਕਨੀਕ ਉਹ ਕਿਵੇਂ ਕੰਮ ਆਉਂਦੀ ਹੈ? ਆਪਾਂ ਰਿਜ਼ਲਟਸ ਦੀ ਪਹਿਲਾਂ ਗੱਲ ਕੀਤੀ ਸੀਗੀ ਕਿ ਜੋ ਰਿਜ਼ਲਟਸ ਹੈਗੇ ਉਹ ਪਹਿਲਾਂ ਜੋ ਸਪਾਈਨ ਦੇ ਡਿਸਕ ਦੇ ਆਪਰੇਸ਼ਨ ਦੇ ਰਿਜ਼ਲਟ ਸੀਗੇ ਉਹ ਬਹੁਤ ਅੱਛੇ ਨਹੀਂ ਸੀਗੇ, ਜਿਹਦੇ ਕਰਕੇ ਸਮਾਜ ਦੇ ਵਿੱਚ ਡਰ ਸੀਗਾ ਕਿ ਆਪਰੇਸ਼ਨ ਨਹੀਂ ਕਰਵਾਉਣਾ। ਲੇਕਿਨ ਤਕਨੀਕ ਨੇ ਉਸ ਰਿਜ਼ਲਟਸ ਨੂੰ ਬੈਟਰ ਕੀਤਾ ਤੇ ਹੁਣ ਉਹ ਕਰਾਉਣ ਦੇ ਵਿੱਚ ਡਰ ਨਹੀਂ ਹੈ। ਲੋਕੀ ਬਹੁਤ ਸੁਖੀ ਹੁੰਦੇ ਨੇ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਕਿ ਬਹੁਤਾ ਸਾਨੂੰ ਦਿੱਕਤ ਨਹੀਂ ਹੋਈ। ਇੱਕ ਘੱਟ ਤਜਰਬੇ ਵਾਲਾ ਬੰਦਾ ਅੱਛੀ ਤਕਨੀਕ ਦਾ ਇਸਤੇਮਾਲ ਕਰਕੇ ਰਿਜ਼ਲਟਸ ਦੇ ਸਕਦਾ ਹੈ, ਲੇਕਿਨ ਜੇ ਉਹੀ ਵਧੀਆ ਤਕਨੀਕ ਇੱਕ ਤਜਰਬੇਕਾਰ ਸਰਜਨ ਕੋਲ ਹੋ ਜਾਏ ਤੇ ਰਿਜ਼ਲਟਸ ਲਗਭਗ 100 ਦੇ ਬਰਾਬਰ ਹੋ ਜਾਂਦੇ ਨੇ। ਮੈਂ ਇੱਕ ਐਗਜ਼ਾਮਪਲ ਦਊਂਗਾ, ਆਪਾਂ ਦੋ ਐਗਜ਼ਾਮਪਲ ਦਊਂਗਾ। ਆਪਾਂ ਬਹੁਤ ਐਕਸਪਰਟ ਡਰਾਈਵਰ ਆਪਾਂ ਹੈਗੇ, ਜਿਸ ਸਾਰੀ ਜਗ੍ਹਾ ਆਪਾਂ ਚੱਲਦੇ ਹੈਗੇ, ਲੇਕਿਨ ਜਦੋਂ ਵੀ ਟ੍ਰੈਫਿਕ ਜੈਮ ਹੋ ਜਾਏ ਤਾਂ ਆਪਾਂ ਉਸੇ ਟਾਈਮ GPS ਔਨ ਕਰਦੇ ਹਾਂ ਕਿ ਇਸ ਟਾਈਮ ਦੇ ਵਿੱਚ ਸਭ ਤੋਂ ਵਧੀਆ ਰਸਤਾ ਕਿਹੜਾ ਹੈ ਜਾਣ ਵਾਲਾ। ਸੋ ਉਹ ਤਜਰਬੇਕਾਰ ਹੋਣ ਦੇ ਬਾਵਜੂਦ ਵੀ ਸਾਨੂੰ ਤਕਨੀਕ ਦੀ ਲੋੜ ਪੈ ਗਈ। ਆਪਾਂ ਜੋ ਆਰਮੀ ਦੇ ਵਿੱਚ ਸ਼ਾਰਪ ਸ਼ੂਟਰਸ ਦੀ ਗੱਲ ਕਰੀਏ ਤੇ ਇੱਕ ਸ਼ੂਟਰ ਸਮਝੋ 95% ਐਕੂਰੇਸੀ ਦੇ ਨਾਲ ਗੋਲੀ ਮਾਰ ਸਕਦਾ ਹੈ, ਲੇਕਿਨ ਉਸ ਨੂੰ ਆਪਣਾ ਜੇ ਐਕੂਰੇਸੀ ਨੂੰ ਹੋਰ ਵਧਾਉਣਾ ਹੈ ਤੇ ਉਹ ਉੱਪਰ ਦੂਰਬੀਨ ਲਗਾ ਲੈਂਦਾ ਹੈ, ਉਹਦੇ ਨਾਲ ਉਹਦੇ ਰਿਜ਼ਲਟਸ ਹੋਰ ਬੈਟਰ ਹੋ ਜਾਂਦੇ ਨੇ। ਤੇ ਜੇ ਉਹਦੇ ਨਾਲ ਉਹ ਲੇਜ਼ਰ ਦਾ ਪੁਆਇੰਟਰ ਵੀ ਲੱਗ ਜਾਏ ਤੇ ਉਹ ਰਿਜ਼ਲਟਸ ਹੋਰ ਬੈਟਰ ਹੋ ਜਾਂਦੇ ਨੇ। ਸੋ ਤਜਰਬੇ ਤੇ ਤਕਨੀਕ ਦਾ ਹੈਗਾ ਕਿ ਜੇ ਤਜਰਬਾ ਤੇ ਤਕਨੀਕ ਦੋਨੋਂ ਚੀਜ਼ਾਂ ਹੋ ਜਾਣ ਤੇ ਸੋਨੇ ਤੇ ਸੁਹਾਗਾ, ਤੇ ਜੋ ਰਿਜ਼ਲਟਸ ਹੈਗੇ ਉਹ ਬਹੁਤ ਬੈਟਰ ਹੋ ਜਾਂਦੇ ਨੇ। ਤੇ ਡਾਕਟਰ ਸਾਹਿਬ ਹੁਣ ਅਸੀਂ ਤਕਨੀਕਾਂ ਦੀ ਜੇ ਗੱਲ ਕਰੀਏ, ਪਹਿਲਾਂ ਤਾਂ ਇੱਕ ਤਕਨੀਕ ਜਿਹੜੀ ਸੁਣਨ ਨੂੰ ਮਿਲਦੀ ਹੈ ਕਿ ਬਿਨਾਂ ਚੀਰੇ ਵਾਲੀ ਸਰਜਰੀ, ਜੀ, ਉਹ ਸਰਜਰੀ ਕੀ ਹੁੰਦੀ ਹੈ? ਦੇਖੋ, ਪਹਿਲਾਂ ਜਦੋਂ ਦੂਰਬੀਨਾਂ ਨਹੀਂ ਸੀਗੀਆਂ ਉਸ ਟਾਈਮ ਅਸੀਂ ਬਹੁਤ ਵੱਡਾ ਚੀਰਾ ਲਗਾਉਂਦੇ ਸੀਗੇ। ਮੈਂ ਇੱਕ ਮਿੰਟ ਮਾਡਲ ਦੁਬਾਰਾ ਦਿਖਾਉਣਾ ਤੁਹਾਨੂੰ ਕਿ ਇਹ ਡਿਸਕ ਦਾ ਜਿਹੜਾ ਇੱਥੇ ਫਲੂਇਡ ਲੀਕ ਕੀਤਾ ਹੋਇਆ, ਜਦੋਂ ਦੂਰਬੀਨਾਂ ਨਹੀਂ ਸੀਗੀਆਂ ਆਪਾਂ ਪੂਰਾ ਚੀਰਾ ਲਗਾ ਕੇ ਇਹ ਸਾਰੀ ਹੱਡੀ ਰਿਮੂਵ ਕਰਕੇ ਕੱਢ ਕੇ ਤੇ ਫਿਰ ਉਸ ਤੋਂ ਬਾਅਦ ਇਸ ਜਗ੍ਹਾ ਦਾ ਆਪਰੇਸ਼ਨ ਕਰਦੇ ਸੀਗੇ। ਉਹ ਜੋ ਮੈਂ ਐਗਜ਼ਾਮਪਲ ਦਿੱਤਾ ਕਿ ਸਾਰੇ ਦਰਖਤ ਤੋੜ ਕੇ ਗਏ ਤੇ ਫਿਰ ਪੱਥਰ ਲੈ ਕੇ ਆਏ। ਹੁਣ ਜਿਸ ਤਰ੍ਹਾਂ ਟੈਕਨੋਲੋਜੀ ਦਾ ਇੰਪਰੂਵਮੈਂਟ, ਐਡਵਾਂਸਮੈਂਟ ਹੋ ਰਹੀ ਹੈ, ਉਸ ਦੇ ਨਾਲ ਕੀ ਹੈਗਾ ਕਿ ਅਸੀਂ ਬਿਲਕੁਲ ਇੱਕ ਛੋਟਾ ਜਿਹਾ ਕੱਟ ਲਗਾ ਕੇ ਉਹਦੇ ਨਾਲ ਹੀ ਦੂਰਬੀਨ ਅੰਦਰ ਪਾ ਕੇ, ਉਹਦਾ ਜਿਹੜਾ ਸਾਈਜ਼ ਹੈ ਦੂਰਬੀਨ ਦਾ ਮੇਰੇ ਖਿਆਲ ਆਪਣੀ ਉਂਗਲ ਦੀ ਮੋਟਾਈ ਤੋਂ ਵੀ ਘੱਟ ਹੈ, ਤੇ ਅਸੀਂ ਬਿਲਕੁਲ ਉਸ ਪੁਆਇੰਟ ਤੇ ਪਹੁੰਚ ਕੇ ਜਿਸ ਜਗ੍ਹਾ ਤੇ ਬਿਮਾਰੀ ਹੈ ਉਹ ਬਿਮਾਰੀ ਨੂੰ ਉੱਥੋਂ ਚੱਕ ਕੇ ਬਾਹਰ ਆ ਜਾਂਦੇ ਆ। ਜਿਹੜਾ ਵੀ ਕੁਦਰਤ ਦਾ ਦਿੱਤਾ ਹੋਇਆ ਨਾਰਮਲ ਜੋ ਸਾਡਾ ਸਰੀਰ ਦਾ ਸਟਰਕਚਰ ਹੈ, ਜੋ ਮਾਸਪੇਸ਼ੀਆਂ ਹੈਗੀਆਂ, ਜੋ ਹੱਡੀ ਹੈਗੀ, ਨਾ ਅਸੀਂ ਉਹਨੂੰ ਛੇੜਨਾ ਨਾ ਉਹਦੇ ਨਾਲ ਛੇੜਖਾਨੀ ਕਰਨੀ। ਜਦੋਂ ਅਸੀਂ ਉਸ ਚੀਜ਼ ਨੂੰ ਛੇੜਾਂਗੇ ਨਹੀਂ ਤੇ ਉਹਦੇ ਵਿੱਚ ਕੋਈ ਨੁਕਸਾਨ ਵੀ ਨਹੀਂ ਹੋਏਗਾ। ਤੇ ਇਹਦੇ ਡਾਕਟਰ ਸਾਹਿਬ ਇਹ ਵੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਲੇਜ਼ਰ ਦੀ ਅਸੀਂ ਗੱਲ ਕਰੀਏ, ਉਹ ਲੇਜ਼ਰ ਟੈਕਨੀਕ ਵੀ ਬਹੁਤ ਜ਼ਿਆਦਾ ਡਿਵੈਲਪ ਹੋ ਚੁੱਕੀ ਹੈ ਕਿ ਉਹਦਾ ਇਸਤੇਮਾਲ ਇਸ ਵਿੱਚ ਵੀ ਹੁੰਦਾ? ਮੈਂ ਇਹਦੇ ਵਿੱਚ ਪਹਿਲਾਂ ਇੱਕ ਚੀਜ਼ ਦੀ ਸ਼ੁਰੂਆਤ ਵੱਖਰੀ ਚੀਜ਼ ਦੇ ਨਾਲ ਕਰੂੰਗਾ ਕਿ ਮੇਰੇ ਕੋਲ ਇੱਕ ਤਕਨੀਕ ਹੈ, ਇਸ ਦਾ ਮਤਲਬ ਇਹ ਨਹੀਂ ਕਿ ਮੈਨੂੰ ਹਰ ਪੇਸ਼ੈਂਟ ਦੇ ਵਿੱਚ ਉਹੀ ਤਕਨੀਕ ਦਾ ਇਸਤੇਮਾਲ ਕਰਨਾ ਹੈ। ਅੱਜ ਜੋ ਡਿਸਕ ਦੀ ਬਿਮਾਰੀ ਹੈ ਉਹਨੂੰ ਠੀਕ ਕਰਨ ਦੇ ਲਈ ਮੇਰੇ ਕੋਲ ਘੱਟੋ ਘੱਟ 10 ਡਿਫਰੈਂਟ ਟੈਕਨੋਲੋਜੀਜ਼ ਹੈਗੀਆਂ। ਸਮਝਦਾਰੀ ਕੀ ਹੁੰਦੀ ਹੈ ਕਿ ਜਦੋਂ ਤੁਹਾਡੇ ਕੋਲ ਪੇਸ਼ੈਂਟ ਆਇਆ, ਤੁਸੀਂ ਸਭ ਤੋਂ ਪਹਿਲਾਂ ਇਹ ਆਇਡੈਂਟੀਫਾਈ ਕਰਨਾ ਹੁੰਦਾ ਹੈ ਕਿ ਇਸ ਪੇਸ਼ੈਂਟ ਨੂੰ ਕਿਸ ਤਰ੍ਹਾਂ ਦੀ ਬਿਮਾਰੀ ਹੈ ਜਿਹਦੇ ਕਰਕੇ ਉਹਨੂੰ ਕਮਰ 'ਚ ਦਰਦ ਹੈ, ਤੇ ਫਿਰ ਇਹ ਦੇਖਣਾ ਹੁੰਦਾ ਹੈ ਕਿ ਉਸ
ਬਿਮਾਰੀ ਦੇ ਲਈ ਸਭ ਤੋਂ ਵਧੀਆ ਤਕਨੀਕ ਕੀ ਹੈ? ਕਹਿੰਦੇ ਨਾ ਜਿੱਥੇ ਕੰਮ ਕਰੇ ਸੂਈ ਕੀ ਕਰੇ ਤਲਵਾਰ। ਸੋ ਜੇ ਕੰਮ ਸੂਈ ਵਾਲਾ ਹੈ ਤਾਂ ਸੂਈ ਹੋਣੀ ਚਾਹੀਦੀ ਹੈ, ਜੇ ਤਲਵਾਰ ਵਾਲਾ ਕੰਮ ਹੈ ਤਾਂ ਤਲਵਾਰ ਹੋਣੀ ਚਾਹੀਦੀ ਹੈ। ਸਾਡੇ ਕੋਲ ਜੋ 40% ਪੇਸ਼ੈਂਟਸ ਕਮਰ ਦਰਦ ਦੇ ਆਉਂਦੇ ਨੇ ਜਿਨ੍ਹਾਂ ਨੂੰ ਕੋਈ ਨਾ ਕੋਈ ਆਪਰੇਸ਼ਨ ਦੀ ਲੋੜ ਪੈਂਦੀ ਹੈ, ਉਹ ਬਿਮਾਰੀ ਕੀ ਹੁੰਦੀ ਹੈ ਕਿ ਡਿਸਕ ਦੇ ਵਿੱਚ ਪ੍ਰੈਸ਼ਰ ਜ਼ਿਆਦਾ ਹੋ ਗਿਆ ਲੇਕਿਨ ਡਿਸਕ ਫਟੀ ਨਹੀਂ ਹੈ। ਉਹ ਜ਼ਿਆਦਾ ਜਿਹੜਾ ਪ੍ਰੈਸ਼ਰ ਹੈ ਉਹ ਨਸਾਂ ਦੇ ਉੱਪਰ ਪ੍ਰੈਸ਼ਰ ਕਰਕੇ ਤੇ ਫਿਰ ਪੇਨ ਪ੍ਰੋਡਿਊਸ ਕਰਦਾ ਹੈ, ਜਿਹਦੇ ਕਰਕੇ ਕਮਰ 'ਚ ਦਰਦ ਹੁੰਦੀ ਹੈ। ਇਹਨਾਂ ਪੇਸ਼ੈਂਟ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਇੱਕ ਸੂਈ ਦੇ ਰਾਹੀਂ ਇੱਕ ਬਾਲ ਜਿਤਨਾ ਪਤਲਾ ਤਾਰ ਅਸੀਂ ਬਿਲਕੁਲ ਡਿਸਕ ਦੇ ਅੰਦਰ ਤੱਕ ਪਹੁੰਚਾ ਦਿੰਦੇ ਹਾਂ। ਐਸਾ ਮਸ਼ੀਨਾਂ ਦੇ ਰਾਹੀਂ ਹੁੰਦਾ ਹੈ ਤੇ ਉਹ ਲੇਜ਼ਰ ਦਾ ਕਰੰਟ ਜਦੋਂ ਅਸੀਂ ਪਾਉਂਦੇ ਹਾਂ ਤੇ ਉਹ ਜਿਹੜਾ ਡਿਸਕ ਦੇ ਅੰਦਰ ਦਾ ਪ੍ਰੈਸ਼ਰ ਹੈ ਉਹ ਘਟ ਜਾਂਦਾ ਹੈ। ਜਿਸ ਤਰ੍ਹਾਂ ਹੀ ਪ੍ਰੈਸ਼ਰ ਘਟਦਾ ਹੈ ਤੇ ਉਹ ਨਸਾਂ ਦੇ ਉੱਪਰੋਂ ਦੀ ਪ੍ਰੈਸ਼ਰ ਹਟਦਾ ਹੈ ਤੇ ਪੇਸ਼ੈਂਟ ਦਾ ਜਿਹੜਾ ਦਰਦ ਹੈ ਉਹ ਠੀਕ ਹੋ ਜਾਂਦਾ ਹੈ। ਤੁਸੀਂ ਉਹਨੇ ਥੋੜੀ ਦੇਰ ਪਹਿਲੇ ਇੱਕ ਬੜੀ ਵਧੀਆ ਐਗਜ਼ਾਮਪਲ ਦਿੱਤੀ ਸੀ ਨੈਵੀਗੇਸ਼ਨ ਵਾਲੀ ਜੀ। ਤੇ ਹੁਣ ਸੁਣਨ ਨੂੰ ਇਹ ਵੀ ਆ ਰਿਹਾ ਹੈ ਕਿ ਇਹ ਸਰਜਰੀ ਦੇ ਵਿੱਚ ਜੇ ਸਪਾਈਨ ਦੀ ਪ੍ਰੋਬਲਮ ਹੈ, ਕਮਰ ਦਰਦ ਦੀ ਹੈ, ਡਿਸਕ ਦੀ ਹੈ ਸਮੱਸਿਆ ਤੇ ਨੈਵੀਗੇਸ਼ਨ ਟੈਕਨੀਕ ਦਾ ਵੀ ਇਸਤੇਮਾਲ ਹੁੰਦਾ ਹੈ। ਜੀ, ਨੈਵੀਗੇਸ਼ਨ ਦੇ ਲਈ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਕਿਹਾ ਨਾ ਕਿ ਤਜਰਬਾ ਤੇ ਤਕਨੀਕ। ਮੈਨੂੰ ਹੁਣ ਸਪਾਈਨ ਦੇ ਆਪਰੇਸ਼ਨ ਕਰਦੇ 25 ਸਾਲ ਹੋ ਗਏ। ਜਿਹੜੇ ਆંકੜੇ ਹੈ, ਮੈਂ ਹੁਣ ਆંકੜਿਆਂ ਦੀ ਗੱਲ ਕਰ ਰਿਹਾ, ਮਤਲਬ ਕੋਈ ਮੇਰੀ ਕਹੀ ਨਹੀਂ ਹੈ, ਇਹ ਪੂਰੇ ਦੁਨੀਆ ਦੇ ਵਿੱਚ ਜੋ ਆਪਰੇਸ਼ਨ ਹੈ ਉਹਨਾਂ ਦੇ ਆંકੜੇ ਹੈਗੇ ਕਿ ਇੱਕ ਤਜਰਬੇਕਾਰ ਸਪਾਈਨ ਦਾ ਆਪਰੇਸ਼ਨ ਕਰਨ ਵਾਲਾ ਡਾਕਟਰ ਜਦੋਂ ਕਿਸੇ ਕੰਪਲੈਕਸ ਜਾਂ ਬਹੁਤ ਹੀ ਕੰਪਲਿਕੇਟਡ ਆਪਰੇਸ਼ਨ ਦੇ ਵਿੱਚ ਉਸ ਸਥਿਤੀ ਵਿੱਚ ਹੁੰਦਾ ਹੈ, ਮੈਂ ਨਾਰਮਲ ਨਹੀਂ ਗੱਲ ਕਰ ਰਿਹਾ, ਜਦੋਂ ਬਹੁਤ ਹੀ ਔਖਾ ਇੱਕ ਆਪਰੇਸ਼ਨ ਹੈ ਉਹਦੇ ਵਿੱਚ ਹੁੰਦਾ ਹੈ ਤੇ ਜਿਹੜਾ ਕੰਪਲਿਕੇਸ਼ਨ ਰੇਟ ਜਾਂ ਸਾਈਡ ਇਫੈਕਟਸ ਦੇ ਚਾਂਸਿਸ ਹੈਗੇ ਉਹ ਲਗਭਗ 28 ਤੋਂ 32% ਹੈਗੇ। ਸੋ ਇੱਕ ਐਕਸਪੀਰੀਅੰਸਡ ਸਰਜਨ ਦੇ ਹੱਥ ਵੀ 32% ਰਿਸਕ ਹੁੰਦਾ ਹੈ ਕਿ ਕੋਈ ਨੁਕਸਾਨ ਹੋ ਜਾਏ। ਨੈਵੀਗੇਸ਼ਨ ਇੱਕ ਇਸ ਤਰ੍ਹਾਂ ਦੀ ਟੈਕਨੋਲੋਜੀ ਹੈ ਜਿਹਦੇ ਕਰਕੇ ਇਹ ਰਿਸਕ 32% ਤੋਂ ਘਟ ਕੇ 8% ਰਹਿ ਜਾਂਦਾ, ਜੋ ਕਿ ਬਹੁਤ ਹੀ ਜ਼ਿਆਦਾ ਐਡਵਾਂਸਮੈਂਟ ਹੈ। ਇਹ ਹੁਣ ਨੈਵੀਗੇਸ਼ਨ ਹੈ ਕੀ? ਨੈਵੀਗੇਸ਼ਨ ਕੀ ਹੈ ਕਿ ਜਿਸ ਤਰ੍ਹਾਂ ਇੱਕ ਪੇਸ਼ੈਂਟ ਮੇਰੇ ਕੋਲ ਆਪਰੇਸ਼ਨ ਕਰਨ ਲਈ ਆਇਆ ਤੇ ਮੈਨੂੰ ਪਤਾ ਹੈ ਕਿ ਮੇਰੇ ਆਪਰੇਸ਼ਨ ਥੀਏਟਰ ਦੇ ਵਿੱਚ ਜਿੰਨੀ ਵੀ ਮਸ਼ੀਨਾਂ ਹੈਗੀਆਂ ਜੇ ਮੈਂ ਉਹਨਾਂ ਦਾ ਇਸਤੇਮਾਲ ਕਰੂੰਗਾ ਫਿਰ ਵੀ ਚਾਂਸਿਸ ਹੈਗੇ ਕਿ ਮੈਂ ਕੋਈ ਨਾ ਕੋਈ ਨੁਕਸਾਨ ਕਰ ਸਕਦਾ, ਕਿਉਂਕਿ ਉਹ ਬਿਮਾਰੀ ਕੰਪਲੈਕਸ ਹੈ। ਸੋ ਇਸ ਤਰ੍ਹਾਂ ਦੇ ਪੇਸ਼ੈਂਟ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਆਪਰੇਸ਼ਨ ਤੋਂ ਪਹਿਲਾਂ ਹੀ ਉਨੀ ਪੇਸ਼ੈਂਟਸ ਦਾ CT ਸਕੈਨ ਜਾਂ MRI ਕਰਦੇ ਹਾਂ ਤੇ ਜੋ ਸਾਡੇ ਪੁਆਇੰਟਸ ਹੁੰਦੇ ਨੇ ਜਿਹਨਾਂ ਵਿੱਚ ਸਾਨੂੰ ਲੱਗਦਾ ਹੈ ਕਿ ਇੱਥੇ ਨੁਕਸਾਨ ਹੋ ਸਕਦਾ ਹੈ, ਉਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਸਾਡੇ ਕੰਪਿਊਟਰਸ ਦੇ ਵਿੱਚ ਉਹ MRI ਤੇ CT ਮਸ਼ੀਨਾਂ ਤੋਂ ਟ੍ਰਾਂਸਫਰ ਕੀਤੀ ਜਾਂਦੀ ਹੈ ਤੇ ਜਦੋਂ ਅਸੀਂ ਆਪਰੇਸ਼ਨ ਕਰਦੇ ਹਾਂ ਤੇ ਉਹ ਕੰਪਿਊਟਰ ਸਾਨੂੰ ਇਹ ਗਾਈਡ ਕਰਦਾ ਹੈ ਕਿ ਇਹ ਆਪਰੇਸ਼ਨ ਕਰਨ ਦੇ ਵਿੱਚ ਸਾਨੂੰ ਕਿਹੜਾ ਰਸਤਾ ਲੈਣਾ ਚਾਹੀਦਾ ਹੈ, ਕਿਸ ਪੁਆਇੰਟ ਤੋਂ ਐਂਟਰ ਕਰਨਾ ਚਾਹੀਦਾ ਹੈ ਤੇ ਕਿੰਨੀ ਅੰਦਰ ਤੱਕ ਜਾ ਕੇ ਆਪਰੇਸ਼ਨ ਕਰਨਾ ਹੈ ਤੇ ਕਦੋਂ ਰੁਕਣਾ ਹੈ। ਸੋ ਜਿਸ ਤਰ੍ਹਾਂ ਆਪਾਂ ਗੱਡੀ ਚਲਾਉਂਦੇ ਹੋ GPS ਦਾ ਇਸਤੇਮਾਲ ਕਰਦੇ ਹਾਂ, ਉਸ ਤੋਂ ਵੀ ਇੱਕ ਅਗਲੀ ਟੈਕਨੋਲੋਜੀ ਹੈ, ਮਤਲਬ ਪੂਰਾ ਗਾਈਡੈਂਸ ਮੈਨੂੰ ਪੂਰਾ ਗਾਈਡੈਂਸ ਹੈ। ਮਤਲਬ ਜਦੋਂ ਅਸੀਂ ਕਈ ਵਾਰੀ ਕੰਪਲੈਕਸ ਆਪਰੇਸ਼ਨ ਕਰਦੇ ਹਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਸ ਪੁਆਇੰਟ ਤੋਂ ਐਂਟਰ ਕਰਨਾ ਹੈ, ਤਾਂ ਉਹ ਸਾਡੇ ਕੋਲ ਰੈਡੀਮੇਡ ਹੀ ਸਾਰਾ ਕੁਝ ਬਿਲਕੁਲ ਐਕਿਊਰੇਟ, ਤੇ ਜਿਹੜੀ ਐਕਿਊਰੇਸੀ ਹੈ ਉਹ 1 ਮਿਲੀਮੀਟਰ ਦੇ ਵੀ 10ਵੇਂ ਹਿੱਸੇ ਤੱਕ ਐਕਿਊਰੇਟ ਹੈ। ਸੋ ਕਿਸ ਜਗ੍ਹਾ ਤੋਂ ਜਾਣਾ, ਕਿੰਨਾ ਰਿਮੂਵ ਕਰਨਾ, ਕੀ ਚੀਜ਼ ਕਰਨਾ, ਉਹ ਜੋ ਇਸ ਤਰ੍ਹਾਂ ਦੀ ਟੈਕਨੋਲੋਜੀ ਹੋ ਜਾਏ ਤਾਂ ਫਿਰ ਤਾਂ ਉਹ ਆਟੋ ਪਾਇਲਟ ਵਾਲੇ ਕੰਮ ਹੁੰਦਾ। ਤੇ ਇਹ ਸਾਰੀ ਟੈਕਨੀਕ ਜਿਹੜੀਆਂ ਨੇ ਉਹ NHS ਹਸਪੀਟਲ ਜਲੰਧਰ ਹਾਂਜੀ ਸਾਡੇ ਕੋਲ ਸਾਰੀ ਹੈਗੀ, ਬਟ ਮੈਂ ਜਿਸ ਤਰ੍ਹਾਂ ਕਿਹਾ ਕਿ ਜਦੋਂ ਤੁਸੀਂ ਇੱਕ ਪਰਫੈਕਟ ਆਪਰੇਸ਼ਨ ਕਰਨਾ ਹੈ, ਤਜਰਬਾ ਤਾਂ ਆਪਣੀ ਜਗ੍ਹਾ ਹੈ, ਲੇਕਿਨ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਜਿੱਥੇ ਤਜਰਬਾ ਕੰਮ ਆਉਂਦਾ ਹੈ ਉਹ ਇਸ ਚੀਜ਼ ਲਈ ਕੰਮ ਆਉਂਦਾ ਹੈ ਕਿ ਕਿਹੜੀ ਬਿਮਾਰੀ ਹੈ ਤੇ ਉਸ ਬਿਮਾਰੀ ਲਈ ਕਿਹੜੀ ਤਕਨੀਕ ਦਾ ਇਸਤੇਮਾਲ ਹੋਣਾ ਹੈ, ਕਿਉਂਕਿ ਜੇ ਤੁਸੀਂ ਉਹ ਤਕਨੀਕ ਦਾ ਇਸਤੇਮਾਲ ਨਹੀਂ ਕਰੋਗੇ ਤਾਂ ਰਿਜ਼ਲਟਸ ਫਿਰ ਵੀ ਅੱਛੇ ਨਹੀਂ ਆਉਣਗੇ। ਬਿਲਕੁਲ, ਇਸ ਪ੍ਰੋਗਰਾਮ ਦੇ ਜ਼ਰੀਏ ਸਾਡੀ ਕੋਸ਼ਿਸ਼ ਹੈ ਕਿ ਪਹਿਲੇ ਤਾਂ ਤੁਹਾਨੂੰ ਵੀ ਬਿਮਾਰੀ ਨਾ ਹੋਵੇ, ਪਰ ਜੇ ਬਿਮਾਰੀ ਹੋ ਗਈ ਹੈ ਤੇ ਤੁਸੀਂ ਉਹਦਾ ਇਲਾਜ ਸਹੀ ਡਾਕਟਰ ਤੋਂ ਸਹੀ ਜਗ੍ਹਾ ਤੋਂ ਕਰਾਉਣਾ ਹੈ। ਫਿਲਹਾਲ ਮੈਨੂੰ ਦਿਓ ਇਜਾਜ਼ਤ ਤੇ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਤੇ ਇੰਨੀਆਂ ਡੂੰਘੀਆਂ ਤੇ ਇੰਨੀ ਮੋਟੀਵੇਸ਼ਨਲ ਗੱਲਾਂ ਸਾਂਝੀਆਂ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਅਗਲੇ ਹਫਤੇ ਫੇਰ ਹੋਵੇਗੀ ਮੁਲਾਕਾਤ। ਵੇਖਣਾ ਭੁੱਲਿਓ ਨਾ ਐਤਵਾਰ ਸ਼ਾਮੀ 5 ਵਜੇ ਡਾਕਟਰ ਸਪੀਕ ਸਿਰਫ PTC ਨਿਊਜ਼ ਤੇ। ਦਿਓ ਇਜਾਜ਼ਤ, ਰੱਬ ਰੱਖਾ।